प्यारे विद्यार्थियों सत श्री अकाल। मैं प्रियंका महाजन साइंस मिस्ट्रेस गवर्नमेंट गर्ल सीनियर सैकेंडरी स्कूल लोहिया खास जलंधर ਅੱਜ ਤੁਹਾਨੂੰ 9ਵੀਂ ਜਮਾਤ ਦਾ ਅਧਿਆਇ ਨੰਬਰ 10 ਗ੍ਰੈਵਿਟੇਸ਼ਨ ਗੁਰਤਾ ਆਕਰਸ਼ਣ ਕਰਵਾਉਣ ਜਾ ਰਹੀ ਹਾਂ। ਬੇਟੇ ਅੱਜ ਅਸੀਂ ਇਸ ਅਧਿਆਇ ਦੇ ਕੁਝ ਇੰਪੋਰਟੈਂਟ ਟੌਪਿਕਸ ਡਿਸਕਸ ਕਰਾਂਗੇ ਜਿਨ੍ਹਾਂ ਦੇ ਨਾਂ ਹਨ ਪੁੰਜ ਅਤੇ ਭਾਰ, ਕਿਸੇ ਵਸਤੂ ਦਾ ਚੰਨ ਤੇ ਭਾਰ, ਧਕੇਲ ਬਲ ਅਤੇ ਦਬਾਅ ਤੇ ਦਰਵਾਂ ਵਿੱਚ ਦਬਾਅ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਿਦਿਆਰਥੀ ਅੱਜ ਦੇ ਟੌਪਿਕਸ ਧਿਆਨ ਨਾਲ ਸਮਝੋਗੇ ਤੇ ਆਪਣੇ ਵਿਗਿਆਨ ਵਿਸ਼ੇ ਦੀ ਜਾਣਕਾਰੀ ਵਿੱਚ ਵਾਧਾ ਕਰੋਗੇ। ਤੇ ਚਲੋ ਬੇਟਾ ਅਸੀਂ ਸਟਾਰਟ ਕਰਨੇ ਹਾਂ। ਬੇਟੇ ਅੱਜ ਅਸੀਂ ਪੜਾਂਗੇ ਪੁੰਜ ਮਾਸ। The quantity of matter contained in the body is called mass। ਕਿਸੇ ਵਸਤੂ ਵਿੱਚ ਪਦਾਰਥ ਦੀ ਉਪਸਥਿਤ ਮਾਤਰਾ ਨੂੰ ਉਸ ਦਾ ਪੁੰਜ ਕਹਿੰਦੇ ਹਨ। ਕਿਸੇ ਵਸਤੂ ਵਿੱਚ ਜਿੰਨਾ ਪਦਾਰਥ ਮੌਜੂਦ ਹੁੰਦਾ ਹੈ ਉਸ ਪਦਾਰਥ ਦੀ ਉਪਸਥਿਤ ਮਾਤਰਾ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਪੁੰਜ। ਪੁੰਜ ਦਾ ਸੰਕੇਤ m ਹੈ। ਬੇਟੇ ਪੁੰਜ ਨੂੰ ਅੰਗਰੇਜ਼ੀ ਭਾਸ਼ਾ ਦੇ ਸਮਾਲ ਲੈਟਰ m ਨਾਲ ਲਿਖਿਆ ਜਾਂਦਾ ਹੈ। ਪੁੰਜ ਦੀ SI ਇਕਾਈ ਕਿਲੋਗ੍ਰਾਮ ਹੈ। ਕਿਸੇ ਵਸਤੂ ਦਾ ਪੁੰਜ ਬੀਮ ਬੈਲੈਂਸ ਨਾਲ ਮਾਪਿਆ ਜਾਂਦਾ ਹੈ। ਇੱਥੇ ਤੁਸੀਂ ਸਧਾਰਨ ਬੀਮ ਬੈਲੈਂਸ ਜਿਸ ਨੂੰ ਤੁਸੀਂ ਤਕੜੀ ਕਹਿੰਦੇ ਹੋ ਦੇਖ ਸਕਦੇ ਹੋ। ਇੱਕ ਬੀਮ ਬੈਲੈਂਸ ਇਹ ਵੀ ਹੈ, ਇਸ ਦੀ ਵਰਤੋਂ ਤੁਸੀਂ ਸਾਇੰਸ ਲੈਬ ਵਿੱਚ ਕਰਦੇ ਹੋ। ਇਸ ਦੀ ਵਰਤੋਂ ਕਰਨ ਨਾਲ ਐਕਿਊਰੇਸੀ ਨਾਲ ਸਾਨੂੰ ਪੁੰਜ ਦਾ ਪਰਿਮਾਣ ਪਤਾ ਚੱਲ ਜਾਂਦਾ ਹੈ। ਪੁੰਜ ਇੱਕ ਅਦਿਸ਼ ਰਾਸ਼ੀ ਹੈ। ਬੇਟੇ ਪੁੰਜ ਅਦਿਸ਼ ਰਾਸ਼ੀ ਹੈ, ਇਸ ਦਾ ਪਰਿਮਾਣ ਹੁੰਦਾ ਹੈ ਪਰ ਇਹ ਦਿਸ਼ਾ ਤੇ ਨਿਰਭਰ ਨਹੀਂ ਕਰਦਾ। ਵਸਤੂ ਦਾ ਪੁੰਜ ਸਥਿਰ ਰਹਿੰਦਾ ਹੈ। ਇਹ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਜਾਣ ਤੇ ਬਦਲਦਾ ਨਹੀਂ। ਬੇਟੇ ਵਸਤੂ ਦਾ ਪੁੰਜ ਓਨਾ ਹੀ ਰਹਿੰਦਾ ਹੈ ਚਾਹੇ ਉਹ ਵਸਤੂ ਧਰਤੀ ਤੇ ਹੋਵੇ, ਚਾਹੇ ਚੰਨ ਤੇ ਜਾਂ ਫਿਰ ਬਾਹਰੀ ਪੁਲਾੜ ਵਿੱਚ। ਇਸ ਦੇ ਪੁੰਜ ਵਿੱਚ ਕੋਈ ਬਦਲਾਵ ਨਹੀਂ ਆਉਂਦਾ। ਵਸਤੂ ਦਾ ਪੁੰਜ ਉਸਦੀ ਜੜਤਾ ਦਾ ਮਾਪ ਹੁੰਦਾ ਹੈ। ਜੇਕਰ ਵਸਤੂ ਦਾ ਪੁੰਜ ਵੱਧ ਹੋਵੇ ਤਾਂ ਉਸਦੀ ਜੜਤਾ ਵੀ ਵੱਧ ਹੋਵੇਗੀ ਤੇ ਜੇਕਰ ਵਸਤੂ ਦਾ ਪੁੰਜ ਘੱਟ ਹੋਵੇ ਤਾਂ ਉਸਦੀ ਜੜਤਾ ਵੀ ਘੱਟ ਹੋਵੇਗੀ। ਬੇਟਾ ਨੈਕਸਟ ਇਜ਼ ਭਾਰ, weight। ਕਿਸੇ ਵਸਤੂ ਦਾ ਭਾਰ ਉਹ ਬਲ ਹੈ ਜਿਸ ਨਾਲ ਵਸਤੂ ਧਰਤੀ ਵੱਲ ਆਕਰਸ਼ਿਤ ਹੁੰਦੀ ਹੈ। ਬੇਟੇ ਕਿਸੇ ਵਸਤੂ ਦਾ ਭਾਰ ਕੀ ਹੈ? ਬਲ ਹੈ। ਉਹ ਬਲ ਜਿਸ ਨਾਲ ਕੋਈ ਵਸਤੂ ਧਰਤੀ ਵੱਲ ਆਕਰਸ਼ਿਤ ਹੁੰਦੀ ਹੈ। ਤੁਹਾਨੂੰ ਪਤਾ ਹੈ ਜਿਹੜਾ ਬਲ ਹੈ ਉਹ ਪੁੰਜ ਅਤੇ ਪ੍ਰਵੇਗ ਦਾ ਗੁਣਨਫਲ ਹੁੰਦਾ ਹੈ ਤੇ ਇਸ ਕਰਕੇ ਅਸੀਂ ਲਿਖਿਆ ਬਲ ਬਰਾਬਰ m ਗੁਣਾ a, ਮਤਲਬ ਪੁੰਜ ਗੁਣਾ ਪ੍ਰਵੇਗ। ਪਰ ਜਦੋਂ ਕੋਈ ਵਸਤੂ ਧਰਤੀ ਵੱਲ ਆਕਰਸ਼ਿਤ ਹੋ ਰਹੀ ਹੈ ਤਾਂ ਉਸ ਉੱਤੇ ਜਿਹੜਾ ਪ੍ਰਵੇਗ ਹੈ ਉਹ ਗੁਰੂਤਾ ਪ੍ਰਵੇਗ ਲੱਗ ਰਿਹਾ ਹੈ। ਇਸ ਕਰਕੇ ਬਲ ਬਰਾਬਰ m ਗੁਣਾ g, ਪੁੰਜ ਗੁਣਾ ਗੁਰੂਤਾ ਪ੍ਰਵੇਗ। ਵਸਤੂ ਤੇ ਧਰਤੀ ਦਾ ਆਕਰਸ਼ਣ ਬਲ ਵਸਤੂ ਦਾ ਭਾਰ ਹੁੰਦਾ ਹੈ। ਬੇਟਾ ਇਹ ਤੁਸੀਂ ਹੁਣੇ ਪੜ੍ਹਿਆ ਕਿ ਵਸਤੂ ਤੇ ਧਰਤੀ ਦਾ ਜਿਹੜਾ ਆਕਰਸ਼ਣ ਬਲ ਹੈ ਉਹ ਵਸਤੂ ਦਾ ਭਾਰ ਹੈ। F ਦੀ ਜਗ੍ਹਾ ਤੇ ਤੁਸੀਂ W ਲਿਖਿਆ ਤੇ ਇਸ ਕਰਕੇ W ਬਰਾਬਰ m ਗੁਣਾ g, ਮਤਲਬ ਕਿਸੇ ਵਸਤੂ ਦਾ ਜਿਹੜਾ ਭਾਰ ਹੈ ਉਹ m ਗੁਣਾ g ਦੇ ਬਰਾਬਰ ਹੈ। ਉਹ ਪੁੰਜ ਅਤੇ ਗੁਰੂਤਾ ਪ੍ਰਵੇਗ ਦਾ ਗੁਣਨਫਲ ਹੈ। ਭਾਰ ਦੀ SI ਇਕਾਈ ਨਿਊਟਨ ਹੈ ਕਿਉਂਕਿ ਤੁਸੀਂ ਜਾਣਦੇ ਹੋ ਜਿਹੜਾ ਭਾਰ ਹੈ ਉਹ ਆਕਰਸ਼ਣ ਬਲ ਹੈ ਧਰਤੀ ਦੁਆਰਾ ਲਾਇਆ ਗਿਆ ਵਸਤੂ ਤੇ ਬਲ ਦੀ ਜਿਹੜੀ SI ਇਕਾਈ ਹੈ ਉਹ ਨਿਊਟਨ ਹੈ। ਇਸ ਕਰਕੇ ਭਾਰ ਦੀ SI ਇਕਾਈ ਵੀ ਨਿਊਟਨ ਹੀ ਹੋਵੇਗੀ। ਬੇਟਾ ਭਾਰ ਇੱਕ ਸਦਿਸ਼ ਰਾਸ਼ੀ ਹੈ, ਮਤਲਬ ਭਾਰ ਦਾ ਪਰਿਮਾਣ ਵੀ ਹੈ ਤੇ ਇਹ ਦਿਸ਼ਾ ਤੇ ਵੀ ਨਿਰਭਰ ਕਰਦਾ ਹੈ। ਭਾਰ ਸਪਰਿੰਗ ਬੈਲੈਂਸ ਨਾਲ ਮਾਪਿਆ ਜਾਂਦਾ ਹੈ। ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ ਇੱਥੇ ਸਪਰਿੰਗ ਬੈਲੈਂਸ ਦਰਸਾਇਆ ਗਿਆ ਹੈ। ਬੇਟੇ ਸਪਰਿੰਗ ਬੈਲੈਂਸ ਦੀ ਜਿਹੜੀ ਹੁੱਕ ਹੈ ਉਸ ਨਾਲ ਜੇ ਤੁਸੀਂ ਕਿਸੇ ਵਸਤੂ ਨੂੰ ਲਟਕਾ ਦਿੰਦੇ ਹੋ ਤਾਂ ਇਸ ਸਪਰਿੰਗ ਬੈਲੈਂਸ ਦੇ ਸਕੇਲ ਉੱਤੇ ਉਸਦੇ ਭਾਰ ਦੀ ਵੈਲਿਊ ਜਿਹੜੀ ਹੈ ਉਹ ਆ ਜਾਵੇਗੀ। ਕਿਸੇ ਵਸਤੂ ਦਾ ਭਾਰ ਸਥਿਰ ਨਹੀਂ ਹੁੰਦਾ, ਇਹ ਇੱਕ ਥਾਂ ਤੋਂ ਦੂਜੀ ਥਾਂ ਤੇ ਬਦਲਦਾ ਹੈ। ਬੇਟੇ
ਕਿਸੇ ਵੀ ਵਸਤੂ ਦਾ ਭਾਰ ਇੱਕੋ ਜਿਹਾ ਨਹੀਂ ਰਹਿੰਦਾ, ਇਹ ਇੱਕ ਥਾਂ ਤੋਂ ਦੂਜੀ ਥਾਂ ਤੇ ਬਦਲਦਾ ਹੈ। ਜੇਕਰ ਤੁਸੀਂ ਉਚਾਈ ਤੇ ਜਾਓ ਤਾਂ ਭਾਰ ਦੀ ਵੈਲਿਊ ਬਦਲ ਜਾਏਗੀ, ਜੇਕਰ ਤੁਸੀਂ ਗਹਿਰਾਈ ਤੇ ਜਾਓ ਤਾਂ ਵੀ ਜਿਹੜਾ ਭਾਰ ਹੈ ਉਸ ਵਿੱਚ ਪਰਿਵਰਤਨ ਆਏਗਾ। ਅਜਿਹਾ ਕਿਉਂ ਹੁੰਦਾ ਹੈ? ਬੇਟਾ ਤੁਸੀਂ ਸਾਰੇ ਜਾਣਦੇ ਹੋ ਭਾਰ ਬਰਾਬਰ m ਗੁਣਾ g। ਬੇਟੇ ਭਾਰ ਜਿਹੜਾ ਹੈ ਉਹ g ਗੁਰੂਤਾ ਪ੍ਰਵੇਗ ਤੇ ਨਿਰਭਰ ਕਰਦਾ ਹੈ ਤੇ g ਦੀ ਵੈਲਿਊ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਤੇ ਬਦਲਦੀ ਹੈ। ਉਚਾਈ ਤੇ ਇਸ ਦੀ ਵੈਲਿਊ ਹੋਰ ਹੈ, ਗਹਿਰਾਈ ਤੇ ਇਸ ਦਾ ਜਿਹੜਾ ਪਰਿਮਾਣ ਹੈ ਉਹ ਕੁਝ ਹੋਰ ਹੈ। ਕਿਉਂਕਿ g ਦੀ ਵੈਲਿਊ ਬਦਲਦੀ ਹੈ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਤੇ, ਇਸ ਕਰਕੇ ਸਾਡੇ ਭਾਰ ਦੀ ਵੈਲਿਊ ਵੀ ਬਦਲ ਜਾਂਦੀ ਹੈ। ਧਰਤੀ ਦੇ ਕੇਂਦਰ ਤੇ ਵਸਤੂ ਦਾ ਭਾਰ 0 ਹੁੰਦਾ ਹੈ। ਬੇਟੇ ਧਰਤੀ ਦੇ ਕੇਂਦਰ ਤੇ ਗੁਰੂਤਾ ਪ੍ਰਵੇਗ ਦੀ ਵੈਲਿਊ ਵੀ 0 ਹੈ, ਕਿਉਂਕਿ ਤੁਹਾਨੂੰ ਪਤਾ ਹੈ ਜੇਕਰ ਅਸੀਂ ਉੱਪਰ ਵਾਲੇ ਫਾਰਮੂਲੇ ਵਿੱਚ g ਦੀ ਜਗ੍ਹਾ ਤੇ 0 ਭਰੀਏ, ਜਿਹੜੀ ਕਿ ਧਰਤੀ ਦੇ ਕੇਂਦਰ ਤੇ ਗੁਰੂਤਾ ਪ੍ਰਵੇਗ ਦੀ ਵੈਲਿਊ ਹੈ, ਤਾਂ ਸਾਡੇ ਕੋਲ w ਦੀ ਵੈਲਿਊ ਵੀ ਕੀ ਆ ਜਾਏਗੀ 0। m ਨੂੰ 0 ਨਾਲ ਗੁਣਾ ਕਰਾਂਗੇ ਤੇ ਸਾਡੇ ਕੋਲ 0 ਆਏਗਾ। ਇਸ ਕਰਕੇ ਧਰਤੀ ਦੇ ਕੇਂਦਰ ਤੇ ਵਸਤੂ ਦਾ ਭਾਰ 0 ਹੁੰਦਾ ਹੈ, ਕਿਉਂਕਿ ਧਰਤੀ ਦੇ ਕੇਂਦਰ ਤੇ g ਦੀ ਵੈਲਿਊ ਗੁਰੂਤਾ ਪ੍ਰਵੇਗ ਦੀ ਵੈਲਿਊ 0 ਹੁੰਦੀ ਹੈ। ਬੇਟਾ ਹੁਣ ਅਸੀਂ ਪੜਾਂਗੇ ਭਾਰ ਅਤੇ ਪੁੰਜ ਵਿੱਚ ਅੰਤਰ। ਤੁਸੀਂ ਭਾਰ ਅਤੇ ਪੁੰਜ ਦੋਨਾਂ ਬਾਰੇ ਡਿਟੇਲ ਵਿੱਚ ਪੜ੍ਹਿਆ, ਹੁਣ ਅਸੀਂ ਇਹਨਾਂ ਵਿੱਚ ਅੰਤਰ ਸਪਸ਼ਟ ਕਰਾਂਗੇ। ਸਭ ਤੋਂ ਪਹਿਲਾਂ ਭਾਰ ਉਹ ਬਲ ਹੈ ਜਿਸ ਨਾਲ ਵਸਤੂ ਧਰਤੀ ਵੱਲ ਆਕਰਸ਼ਿਤ ਹੁੰਦੀ ਹੈ। ਪੁੰਜ ਵਸਤੂ ਵਿੱਚ ਉਪਸਥਿਤ ਪਦਾਰਥ ਦੀ ਮਾਤਰਾ ਹੈ। ਭਾਰ ਇੱਕ ਸਦਿਸ਼ ਰਾਸ਼ੀ ਹੈ, ਇਸ ਦਾ ਪਰਿਮਾਣ ਵੀ ਹੁੰਦਾ ਹੈ ਤੇ ਦਿਸ਼ਾ ਤੇ ਨਿਰਭਰ ਵੀ ਕਰਦਾ ਹੈ, ਜਦਕਿ ਪੁੰਜ ਇੱਕ ਅਦਿਸ਼ ਰਾਸ਼ੀ ਹੈ, ਇਸ ਦਾ ਕੇਵਲ ਪਰਿਮਾਣ ਹੁੰਦਾ ਹੈ, ਇਸ ਦੀ ਦਿਸ਼ਾ ਨਹੀਂ ਹੁੰਦੀ। ਇਹ ਇੱਕ ਥਾਂ ਤੋਂ ਦੂਜੀ ਥਾਂ ਤੇ ਬਦਲਦਾ ਹੈ। ਜਿਹੜਾ ਭਾਰ ਹੈ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਤੇ ਬਦਲਦਾ ਹੈ। ਤੁਹਾਨੂੰ ਮੈਂ ਹੁਣੇ ਦੱਸਿਆ ਕਿਉਂ ਬਦਲਦਾ ਹੈ, ਕਿਉਂਕਿ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਤੇ g ਦੀ ਵੈਲਿਊ ਵੀ ਬਦਲਦੀ ਹੈ, ਜਦਕਿ ਪੁੰਜ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਜਾਣ ਤੇ ਬਦਲਦਾ ਨਹੀਂ ਹੈ। ਇਹ ਸਪ੍ਰਿੰਗ ਬੈਲੈਂਸ ਨਾਲ ਮਾਪਿਆ ਜਾਂਦਾ ਹੈ। ਭਾਰ ਨੂੰ ਮਾਪਣ ਲਈ ਤੁਸੀਂ ਸਪ੍ਰਿੰਗ ਬੈਲੈਂਸ ਦੀ ਵਰਤੋਂ ਕਰਦੇ ਹੋ ਤੇ ਪੁੰਜ ਨੂੰ ਤੁਸੀਂ ਬੀਮ ਬੈਲੈਂਸ ਦੀ ਸਹਾਇਤਾ ਨਾਲ ਮਾਪਦੇ ਹੋ। ਫਿਰ ਬੇਟਾ ਭਾਰ ਧਰਤੀ ਦੇ ਕੇਂਦਰ ਤੇ 0 ਹੁੰਦਾ ਹੈ। ਕਿਸੇ ਵਸਤੂ ਦਾ ਭਾਰ ਧਰਤੀ ਦੇ ਕੇਂਦਰ ਤੇ 0 ਹੁੰਦਾ ਹੈ, ਕਿਉਂਕਿ ਧਰਤੀ ਦੇ ਕੇਂਦਰ ਤੇ ਗੁਰੂਤਾ ਪ੍ਰਵੇਗ ਦੀ ਵੈਲਿਊ 0 ਹੁੰਦੀ ਹੈ। ਪੁੰਜ ਦਾ ਜਿਹੜਾ ਮਾਨ ਹੈ ਉਹ ਕਿਸੇ ਵੀ ਜਗ੍ਹਾ ਤੇ 0 ਨਹੀਂ ਹੁੰਦਾ। ਪੁੰਜ ਕਿਸੇ ਵੀ ਥਾਂ ਤੇ 0 ਨਹੀਂ ਹੁੰਦਾ। ਭਾਰ ਦੀ ਐਸਆਈ ਇਕਾਈ ਨਿਊਟਨ ਹੈ, ਜਦਕਿ ਪੁੰਜ ਦੀ ਐਸਆਈ ਇਕਾਈ ਕਿਲੋਗ੍ਰਾਮ ਹੈ। ਹੁਣ ਤੁਹਾਨੂੰ ਭਾਰ ਅਤੇ ਪੁੰਜ ਵਿੱਚ ਅੰਤਰ ਵੀ ਸਪਸ਼ਟ ਕਰ ਦਿੱਤਾ ਗਿਆ। ਬੇਟਾ ਅਗਲਾ ਟੌਪਿਕ ਹੈ ਕਿਸੇ ਵਸਤੂ ਦਾ ਚੰਨ ਤੇ ਭਾਰ, weight of an object on the moon। ਬੇਟਾ ਤੁਸੀਂ ਵਸਤੂ ਦਾ ਚੰਨ ਤੇ ਭਾਰ ਪਤਾ ਕਰਨਾ ਹੈ। ਤੁਸੀਂ ਸਾਰੇ ਜਾਣ ਚੁੱਕੇ ਹੋ ਕਿ ਧਰਤੀ ਉੱਪਰ ਵਸਤੂ ਦਾ ਭਾਰ ਉਹ ਬਲ ਹੈ ਜਿਸ ਨਾਲ ਧਰਤੀ ਉਸ ਵਸਤੂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਇਸੇ ਤਰ੍ਹਾਂ ਚੰਨ ਉੱਪਰ ਵਸਤੂ ਦਾ ਭਾਰ ਉਹ ਬਲ ਹੈ ਜਿਸ ਨਾਲ ਚੰਨ ਉਸ ਵਸਤੂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਤੇ ਚੰਨ ਦਾ ਪੁੰਜ ਧਰਤੀ ਦੇ ਪੁੰਜ ਨਾਲੋਂ ਘੱਟ ਹੈ, ਇਸ ਲਈ ਚੰਨ ਵਸਤੂਆਂ ਤੇ ਘੱਟ ਆਕਰਸ਼ਣ ਵੱਲ ਲਗਾਉਂਦਾ ਹੈ। ਬੇਟਾ ਮੰਨ ਲਓ m ਵਸਤੂ ਦਾ ਪੁੰਜ ਹੈ, ਕੈਪੀਟਲ M ਧਰਤੀ ਦਾ ਪੁੰਜ ਹੈ, ਕੈਪੀਟਲ R ਧਰਤੀ ਦਾ ਅਰਧ ਵਿਆਸ ਹੈ, ਕੈਪੀਟਲ G ਸਰਵ ਵਿਆਪੀ ਗੁਰਤਵੀ ਸਥਿਰ ਅੰਕ ਹੈ, WE ਵਸਤੂ ਦਾ ਧਰਤੀ ਤੇ ਭਾਰ ਹੈ। ਤਾਂ ਫਿਰ ਸਰਵ ਵਿਆਪੀ ਗੁਰਤਾਕਰਸ਼ਣ ਦੇ ਨਿਯਮ ਦੇ ਵਰਤੋਂ ਕਰਕੇ ਧਰਤੀ ਤੇ ਵਸਤੂ ਦਾ ਭਾਰ ਕੀ ਹੋਵੇਗਾ? ਇਹ ਤੁਸੀਂ ਫਾਰਮੂਲਾ ਪੜ੍ਹਿਆ ਹੋਇਆ ਹੈ। WE ਮਤਲਬ ਵਸਤੂ ਦਾ ਧਰਤੀ ਤੇ ਭਾਰ ਕਿਹਦੇ ਬਰਾਬਰ ਹੋਏਗਾ? G ਗੁਣਾ ਕੈਪੀਟਲ M ਗੁਣਾ ਸਮਾਲ m ਬਟਾ r ਦੀ ਪਾਵਰ 2। ਇੱਥੇ ਕੈਪੀਟਲ M ਧਰਤੀ ਦਾ ਪੁੰਜ ਹੈ, ਸਮਾਲ m ਵਸਤੂ ਦਾ ਪੁੰਜ ਹੈ, ਜਿਹੜਾ r ਹੈ ਉਹ ਧਰਤੀ ਦਾ ਅਰਧ ਵਿਆਸ ਹੈ ਤੇ ਕੈਪੀਟਲ G ਸਰਵ ਵਿਆਪੀ ਗੁਰਤਵੀ ਸਥਿਰ ਅੰਕ ਹੈ। ਇਸ ਨੂੰ ਅਸੀਂ ਇਕੁਏਸ਼ਨ ਨੰਬਰ 1 ਮੰਨ ਲਿਆ।
ਬੇਟਾ ਤੁਸੀਂ ਮੰਨ ਲਓ mm ਚੰਦ ਦਾ ਪੁੰਜ ਤੇ rm ਚੰਦ ਦਾ ਅਰਧ ਵਿਆਸ ਹੈ। ਵਸਤੂ ਦਾ ਪੁੰਜ ਪਹਿਲੇ ਵਾਲਾ ਹੀ ਰਹੇਗਾ ਸਮਾਲ m ਤੇ ਗੁਰਤਵੀ ਸਥਿਰ ਅੰਕ ਦੀ ਵੈਲਿਊ ਵੀ g ਹੀ ਰਹੇਗੀ। ਸਰਵ ਵਿਆਪੀ ਗੁਰਤਾਕਰਸ਼ਣ ਦੇ ਨਿਯਮ ਦੀ ਵਰਤੋਂ ਕਰਕੇ ਚੰਨ ਤੇ ਵਸਤੂ ਦਾ ਭਾਰ ਕੀ ਹੋਵੇਗਾ? WM ਬਰਾਬਰ G mm ਗੁਣਾ ਸਮਾਲ m ਬਟਾ rm ਦੀ ਸਕੁਆਇਰ। ਬੇਟਾ ਇੱਥੇ ਜਿਹੜਾ ਕੈਪੀਟਲ G ਹੈ ਉਹ ਸਰਵ ਵਿਆਪੀ ਗੁਰਤਵੀ ਸਥਿਰ ਅੰਕ ਹੈ। ਕੈਪੀਟਲ mm ਜਿਹੜਾ ਹੈ ਉਹ ਚੰਨ ਦਾ ਪੁੰਜ ਹੈ। ਸਮਾਲ m ਵਸਤੂ ਦਾ ਪੁੰਜ ਹੈ ਤੇ rm ਜਿਹੜਾ ਉਹ ਚੰਨ ਦਾ ਅਰਧ ਵਿਆਸ ਹੈ। ਬੇਟਾ ਹੁਣ ਤੁਸੀਂ ਦੂਜੀ ਇਕੁਏਸ਼ਨ ਨੂੰ ਪਹਿਲੀ ਇਕੁਏਸ਼ਨ ਨਾਲ ਭਾਗ ਦੇਣਾ ਹੈ, ਡਿਵਾਈਡ ਕਰਨਾ ਹੈ। WM ਦੀ ਵੈਲਿਊ ਨੂੰ ਤੁਸੀਂ WE ਦੀ ਵੈਲਿਊ ਨਾਲ ਡਿਵਾਈਡ ਕਰਨਾ ਹੈ। WM ਦੀ ਵੈਲਿਊ ਤੁਸੀਂ ਨਿਊਮੀਰੇਟਰ ਵਿੱਚ ਲਿਖ ਲਈ ਤੇ WE ਦੀ ਵੈਲਿਊ ਤੁਸੀਂ ਡਿਨੋਮੀਨੇਟਰ ਵਿੱਚ ਲਿਖਣੀ ਹੈ। ਬੇਟਾ ਇੱਥੇ G ਨਾਲ G ਕੱਟ ਜਾਏਗਾ, M ਨਾਲ ਤੁਸੀਂ M ਨੂੰ ਵੀ ਕੱਟ ਸਕਦੇ ਹੋ। ਤੁਹਾਡੇ ਕੋਲ ਰਹਿ ਗਿਆ mm ਬਟਾ rm ਦਾ ਸਕੁਆਇਰ ਤੇ ਜਿਹੜਾ ਡਿਨੋਮੀਨੇਟਰ ਵਿੱਚ m ਬਟਾ r ਦਾ ਸਕੁਆਇਰ ਲਿਖਿਆ ਸੀ, ਜਦੋਂ ਉਹ ਨਿਊਮੀਰੇਟਰ ਵਿੱਚ ਜਾਏਗਾ ਤੇ ਇਸ ਦਾ ਰੈਸੀਪ੍ਰੋਕਲ ਹੋ ਜਾਏਗਾ, ਵਿਉਤਕ੍ਰਮ ਹੋ ਜਾਏਗਾ। ਬੇਟਾ ਉਸ ਤੋਂ ਬਾਅਦ ਤੁਹਾਡੇ ਕੋਲ ਕੁਝ ਵੈਲਿਊਜ਼ ਹੈ, ਇਹ ਤੁਸੀਂ ਯਾਦ ਰੱਖ ਲੈਣੀਆਂ ਹੈ। ਬੇਟੇ ਚੰਨ ਦਾ ਜਿਹੜਾ ਪੁੰਜ ਹੈ ਉਹ 7.36 ਗੁਣਾ 10 ਦੀ ਪਾਵਰ 22 ਕਿਲੋਗ੍ਰਾਮ ਹੈ। ਧਰਤੀ ਦਾ ਪੁੰਜ 5.98 ਗੁਣਾ 10 ਦੀ ਪਾਵਰ 24 ਕਿਲੋਗ੍ਰਾਮ ਹੈ। rm ਚੰਨ ਦਾ ਅਰਧ ਵਿਆਸ 1.74 ਗੁਣਾ 10 ਦੀ ਪਾਵਰ 6 ਮੀਟਰ ਹੈ ਤੇ ਕੈਪੀਟਲ R ਜਿਹੜਾ ਧਰਤੀ ਦਾ ਅਰਧ ਵਿਆਸ ਹੈ ਉਹ 6.37 ਗੁਣਾ 10 ਦੀ ਪਾਵਰ 6 ਮੀਟਰ ਹੈ। ਹੁਣ ਇਹ ਸਾਰੀ ਵੈਲਿਊਜ਼ ਤੁਸੀਂ ਇਕੁਏਸ਼ਨ ਨੰਬਰ 3 ਵਿੱਚ ਭਰ ਦੇਣੀਆਂ ਹਨ। ਬੇਟਾ ਵੈਲਿਊਜ਼ ਭਰਨ ਤੋਂ ਬਾਅਦ ਤੁਹਾਡੇ ਕੋਲ ਇਹ ਇਕੁਏਸ਼ਨ ਆਏਗੀ। ਹੁਣ ਤੁਸੀਂ ਕੈਲਕੂਲੇਸ਼ਨ ਕਰਨੀ ਹੈ। 7.36 ਨੂੰ ਇਸ ਤਰ੍ਹਾਂ ਹੀ ਲਿਖਿਆ, 6.37 ਗੁਣਾ 10 ਦੀ ਪਾਵਰ 6 ਦੀ ਪਾਵਰ 2 ਸੀ, ਇਸ ਕਰਕੇ ਇਸ ਨੂੰ 2 ਵਾਰ ਗੁਣਾ ਕਰਕੇ ਲਿਖਿਆ। 10 ਦੀ ਪਾਵਰ 22 ਤੁਹਾਡੇ ਕੋਲ ਪਹਿਲੇ ਮੌਜੂਦ ਸੀ ਨਿਊਮੀਰੇਟਰ ਵਿੱਚ ਤੇ 10 ਦੀ ਪਾਵਰ 6 ਦਾ ਜਦੋਂ ਤੁਸੀਂ ਸਕੁਆਇਰ ਕੀਤਾ ਤੁਹਾਡੇ ਕੋਲ 10 ਦੀ ਪਾਵਰ 12 ਆ ਗਿਆ। ਇਸੇ ਤਰ੍ਹਾਂ ਡਿਨੋਮੀਨੇਟਰ ਵਿੱਚ ਵੀ ਤੁਸੀਂ ਕੈਲਕੂਲੇਸ਼ਨ ਕੀਤੀ। ਫਿਰ ਬੇਟੇ ਉੱਪਰ ਇਹਨਾਂ ਸਾਰਿਆਂ ਨੂੰ ਗੁਣਾ ਕਰਨ ਤੋਂ ਬਾਅਦ ਤੁਹਾਡੇ ਕੋਲ 298.6 ਆਇਆ ਤੇ ਡਿਨੋਮੀਨੇਟਰ ਵਿੱਚ ਇਹਨਾਂ ਸਾਰਿਆਂ ਨੂੰ ਗੁਣਾ ਕਰਨ ਤੋਂ ਬਾਅਦ ਤੁਹਾਡੇ ਕੋਲ 18.1 ਆਇਆ। 10 ਦੀ ਪਾਵਰ 12 ਨਾਲ 10 ਦੀ ਪਾਵਰ 12 ਕੱਟਿਆ ਗਿਆ। ਨਿਊਮੀਰੇਟਰ ਵਿੱਚ 10 ਦੀ ਪਾਵਰ 22 ਸੀ, ਡਿਨੋਮੀਨੇਟਰ ਵਿੱਚ 10 ਦੀ ਪਾਵਰ 24 ਸੀ। ਜਦੋਂ ਇਹਨਾਂ ਨੂੰ ਤੁਸੀਂ ਆਪਸ ਵਿੱਚ ਕੈਲਕੂਲੇਟ ਕੀਤਾ, ਕਿਉਂਕਿ ਬੇਸ ਸੇਮ ਹੈ ਤੇ 24 ਵਿੱਚੋਂ 22 ਮਾਈਨਸ ਹੋ ਜਾਏਗਾ, ਤੁਹਾਡੇ ਕੋਲ 10 ਦੀ ਪਾਵਰ 2 ਆ ਜਾਏਗਾ। ਹੁਣ ਬੇਟੇ 298.6 ਨੂੰ ਤੁਸੀਂ 18.1 ਨਾਲ ਜਦੋਂ ਡਿਵਾਈਡ ਕਰੋਗੇ ਤੁਹਾਡੇ ਕੋਲ 16.49 ਆਏਗਾ ਤੇ ਬੇਟੇ 10 ਦੀ ਪਾਵਰ 2 ਮਤਲਬ 10 ਨੂੰ 10 ਨਾਲ ਗੁਣਾ ਕਰਨਾ ਹੈ, ਤੁਹਾਡੇ ਕੋਲ ਹੇਠਾਂ 100 ਆ ਜਾਏਗਾ। ਫਿਰ ਤੁਸੀਂ ਪੁਆਇੰਟ ਲਾਓਗੇ ਤੇ ਕਿਉਂਕਿ ਡਿਨੋਮੀਨੇਟਰ ਵਿੱਚ 2 ਜ਼ੀਰੋਆਂ ਹਨ, ਇਸ ਕਰਕੇ ਤੁਹਾਡਾ ਪੁਆਇੰਟ ਲੈਫਟ ਸਾਈਡ ਨੂੰ 2 ਡਿਜਿਟਸ ਨੂੰ ਛੱਡ ਕੇ ਆਏਗਾ ਅੱਗੇ ਤੇ 0.1649 ਤੁਹਾਡਾ ਜਿਹੜਾ ਉਹ ਆਨਸਰ ਹੋ ਜਾਏਗਾ। ਬੇਟਾ ਇਸ ਦਾ ਮਤਲਬ ਤੁਹਾਡੇ ਕੋਲ WM/WE ਮਤਲਬ ਚੰਨ ਦਾ ਭਾਰ ਬਟਾ ਧਰਤੀ ਦਾ ਭਾਰ ਜਿਹੜਾ ਹੈ ਉਸ ਦੀ ਲਗਭਗ ਵੈਲਿਊ 0.165 ਆਈ। ਬੇਟੇ ਇਹਨੂੰ ਤੁਸੀਂ ਰਾਊਂਡ ਆਫ ਕਰਕੇ ਲਿਖਿਆ ਤੇ ਇਹ 0.165 ਜਿਹੜੀ ਵੈਲਿਊ ਹੈ ਉਹ ਲਗਭਗ 1/6 ਦੇ ਬਰਾਬਰ ਹੁੰਦੀ ਹੈ। ਇਸ ਕਰਕੇ WM/WE ਨੂੰ ਲਗਭਗ 1/6 ਦੇ ਬਰਾਬਰ ਲਿਖਿਆ। WM ਕੀ ਸੀ? ਚੰਨ ਤੇ ਵਸਤੂ ਦਾ ਭਾਰ ਸੀ। WE ਕੀ ਸੀ? ਧਰਤੀ ਤੇ ਵਸਤੂ ਦਾ ਭਾਰ ਸੀ। ਚੰਨ ਤੇ ਵਸਤੂ ਦਾ ਭਾਰ ਬਟਾ ਧਰਤੀ ਤੇ ਵਸਤੂ ਦਾ ਭਾਰ ਕਿਹਦੇ ਬਰਾਬਰ ਆ ਗਿਆ? 1/6 ਦੇ ਬਰਾਬਰ। ਹੁਣ ਬੇਟੇ ਧਰਤੀ ਤੇ ਵਸਤੂ ਦਾ ਭਾਰ ਜਿਹੜਾ ਹੈ ਜਦੋਂ ਇਹ ਰਾਈਟ ਸਾਈਡ ਤੇ ਜਾਏਗਾ ਤੇ ਗੁਣਾ ਹੋ ਜਾਏਗਾ ਉੱਥੇ ਜਾ ਕੇ, ਇਸ ਕਰਕੇ ਚੰਨ ਤੇ ਵਸਤੂ ਦਾ ਭਾਰ ਬਰਾਬਰ 1/6 ਗੁਣਾ ਧਰਤੀ ਤੇ ਵਸਤੂ ਦਾ ਭਾਰ। ਬੇਟਾ ਹੁਣ ਅਸੀਂ ਕਰਾਂਗੇ ਕੁਝ ਨੂਮੈਰੀਕਲਸ। ਤੁਸੀਂ ਪੜ੍ਹ ਚੁੱਕੇ ਹੋ ਚੰਨ ਤੇ ਵਸਤੂ ਦਾ ਭਾਰ ਬਰਾਬਰ 1/6 ਗੁਣਾ ਧਰਤੀ ਤੇ ਉਸਦਾ ਭਾਰ। ਇਸ ਫਾਰਮੂਲੇ ਨੂੰ ਲਗਾਉਂਦੇ ਹੋਏ ਕੁਝ ਨੂਮੈਰੀਕਲ ਸੋਲਵ ਕਰਾਂਗੇ। ਪਹਿਲੀ ਉਦਾਹਰਨ ਤੁਹਾਡੀ ਕਿਤਾਬ ਦੀ ਲਈ ਹੈ ਬੇਟੇ। ਵਸਤੂ ਦਾ ਪੁੰਜ 10 ਕਿਲੋਗ੍ਰਾਮ ਹੈ, ਧਰਤੀ ਤੇ ਇਸ ਦਾ ਭਾਰ ਕਿੰਨਾ ਹੋਵੇਗਾ? ਬੇਟੇ ਸਾਨੂੰ ਵਸਤੂ ਦਾ ਪੁੰਜ ਦਿੱਤਾ ਹੋਇਆ ਹੈ 10 ਕਿਲੋਗ੍ਰਾਮ ਤੇ ਸਾਨੂੰ ਧਰਤੀ ਤੇ ਉਸ ਵਸਤੂ ਦਾ ਭਾਰ ਪੁੱਛਿਆ ਹੈ। ਬੇਟੇ ਪੁੰਜ ਤੁਹਾਨੂੰ ਪਤਾ ਹੈ 10 ਕਿਲੋਗ੍ਰਾਮ, ਸਮਾਲ ਲੈਟਰ m ਨਾਲ ਤੁਸੀਂ ਲਿਖਣਾ ਹੈ
ਤੇ ਜੀ ਤੁਹਾਨੂੰ ਦਿੱਤਾ ਹੈ 9.8 ਮੀਟਰ ਪ੍ਰਤੀ ਸੈਕਿੰਡ ਸਕੁਆਇਰ। ਤੁਸੀਂ ਭਾਰ ਪਤਾ ਕਰਨਾ ਹੈ। ਭਾਰ ਦਾ ਫਾਰਮੂਲਾ ਤੁਸੀਂ ਪੜ੍ਹਿਆ m ਗੁਣਾ ਜੀ। ਤੇ ਬੇਟੇ m ਦੀ ਥਾਂ ਤੇ ਤੁਸੀਂ 10 ਕਿਲੋਗ੍ਰਾਮ ਭਰਤਾ, g ਦੀ ਥਾਂ ਤੇ ਤੁਸੀਂ 9.8 ਮੀਟਰ ਪ੍ਰਤੀ ਸੈਕਿੰਡ ਦਾ ਸਕੁਆਇਰ ਭਰਤਾ। 10 ਨੂੰ ਤੁਸੀਂ 9.8 ਨਾਲ ਗੁਣਾ ਕਰੋਗੇ, ਤੁਹਾਡੇ ਕੋਲ 98 ਨਿਊਟਨ ਤੁਹਾਡਾ ਆਨਸਰ ਆ ਜਾਏਗਾ। ਕਿਉਂਕਿ ਭਾਰ ਹੈ ਪਤਾ ਕਰਨਾ, ਇਸ ਕਰਕੇ ਭਾਰ ਦੀ ਜਿਹੜੀ SI ਇਕਾਈ ਹੈ ਉਹ ਨਿਊਟਨ ਹੈ, ਇਸ ਕਰਕੇ ਤੁਹਾਡਾ ਆਨਸਰ ਆ ਗਿਆ 98 ਨਿਊਟਨ। ਅਗਲੀ ਉਦਾਹਰਨ ਦੇਖੋ। ਧਰਤੀ ਦੀ ਸਤ੍ਹਾ ਤੇ ਕਿਸੇ ਵਸਤੂ ਦਾ ਭਾਰ ਮਾਪਣ ਤੇ 10 ਨਿਊਟਨ ਹੈ। ਚੰਦ ਦੀ ਸਤ੍ਹਾ ਤੇ ਮਾਪਣ ਤੇ ਉਸਦਾ ਭਾਰ ਕਿੰਨਾ ਹੋਵੇਗਾ? ਬੇਟੇ ਧਰਤੀ ਦੀ ਸਤ੍ਹਾ ਤੇ ਵਸਤੂ ਦਾ ਭਾਰ ਹੈ 10 ਨਿਊਟਨ ਤੇ ਸਾਨੂੰ ਉਸੇ ਵਸਤੂ ਦਾ ਭਾਰ ਚੰਦ ਦੀ ਸਤ੍ਹਾ ਤੇ ਪਤਾ ਕਰਨਾ ਹੈ। ਹੁਣ ਤੁਸੀਂ ਹਜੇ ਫਾਰਮੂਲਾ ਪੜ੍ਹਿਆ, ਚੰਦ ਤੇ ਵਸਤੂ ਦਾ ਭਾਰ ਬਰਾਬਰ 1/6 ਗੁਣਾ ਧਰਤੀ ਤੇ ਉਸਦਾ ਭਾਰ, ਮਤਲਬ WM ਬਰਾਬਰ WE/6। ਬੇਟੇ ਸਾਨੂੰ WE ਦਿੱਤਾ ਹੋਇਆ ਹੈ 10 ਨਿਊਟਨ, ਇੱਥੇ ਇਸ ਕਰਕੇ WE ਦੀ ਥਾਂ ਤੇ ਅਸੀਂ 10 ਨਿਊਟਨ ਭਰਤਾ, ਬਟਾ 6 ਕਰਨਾ ਹੈ। 10 ਨੂੰ ਤੁਸੀਂ 6 ਨਾਲ ਭਾਗ ਕਰੋਗੇ, ਤੁਹਾਡੇ ਕੋਲ 1.67 ਨਿਊਟਨ ਜਿਹੜਾ ਆਨਸਰ ਆ ਜਾਏਗਾ। ਇਹ ਤੁਹਾਡਾ ਚੰਦ ਦੀ ਸਤ੍ਹਾ ਤੇ ਉਸ ਵਸਤੂ ਦਾ ਭਾਰ ਹੋਏਗਾ। ਬੇਟਾ ਹੁਣ ਅਸੀਂ ਪੜਾਂਗੇ ਧਕੇਲ ਬਲ ਅਤੇ ਦਬਾਅ, ਥਰਸਟ ਐਂਡ ਪ੍ਰੈਸ਼ਰ। ਬੇਟਾ ਕੀ ਤੁਸੀਂ ਕਦੇ ਸੋਚਿਆ ਕਿ ਊਠ ਰੇਗਿਸਤਾਨ ਵਿੱਚ ਸੌਖਾ ਕਿਵੇਂ ਭੱਜ ਲੈਂਦਾ ਹੈ? ਇੱਕ ਫੌਜੀ ਟੈਂਕ ਜਿਸ ਦਾ ਭਾਰ 1000 ਟਨ ਤੋਂ ਵੀ ਵੱਧ ਹੁੰਦਾ ਹੈ, ਨਿਰੰਤਰ ਚੇਨ ਤੇ ਕਿਵੇਂ ਟਿਕਿਆ ਰਹਿੰਦਾ ਹੈ? ਕਿਸੇ ਟਰੱਕ ਜਾਂ ਬੱਸ ਦੇ ਟਾਇਰ ਚੌੜੇ ਕਿਉਂ ਹੁੰਦੇ ਹਨ? ਕੱਟਣ ਵਾਲੇ ਔਜ਼ਾਰਾਂ ਸੰਦਾਂ ਦੀ ਧਾਰ ਤੇਜ਼ ਕਿਉਂ ਹੁੰਦੀ ਹੈ? ਇਹਨਾਂ ਸਾਰੇ ਪ੍ਰਸ਼ਨਾਂ ਦਾ ਹੱਲ ਜਾਣਨ ਲਈ ਅਤੇ ਇਸ ਵਰਤਾਰੇ ਨੂੰ ਸਮਝਣ ਲਈ ਦਿੱਤੀ ਹੋਈ ਵਸਤੂ ਤੇ ਇੱਕ ਵਿਸ਼ੇਸ਼ ਦਿਸ਼ਾ ਵਿੱਚ ਲੱਗਣ ਵਾਲੇ ਕੁੱਲ ਬਲ ਅਤੇ ਪ੍ਰਤੀ ਇਕਾਈ ਖੇਤਰਫਲ ਤੇ ਲੱਗਣ ਵਾਲੇ ਬਲ, ਜਿਸ ਨੂੰ ਕਿ ਅਸੀਂ ਦਬਾਅ ਕਹਿੰਦੇ ਹਾਂ, ਇਹਨਾਂ ਧਾਰਨਾਵਾਂ ਬਾਰੇ ਜਾਣਨ ਦੀ ਜ਼ਰੂਰਤ ਹੈ। ਤੇ ਆਓ ਅਸੀਂ ਧਕੇਲ ਬਲ ਅਤੇ ਦਬਾਅ ਦਾ ਅਰਥ ਸਮਝਣ ਲਈ ਕੁਝ ਸਥਿਤੀਆਂ ਬਾਰੇ ਜਾਣੀਏ। ਬੇਟਾ ਪਹਿਲੀ ਸਥਿਤੀ, ਤੁਸੀਂ ਸੂਚਨਾ ਬੋਰਡ ਤੇ ਇੱਕ ਇਸ਼ਤਿਹਾਰ ਲਗਾਉਣਾ ਚਾਹੁੰਦੇ ਹੋ, ਜਿਵੇਂ ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ। ਤੇ ਇਹ ਕਾਰਜ ਕਰਨ ਲਈ ਤੁਸੀਂ ਡਰਾਇੰਗ ਪਿੰਨਾਂ ਨੂੰ ਆਪਣੇ ਅੰਗੂਠੇ ਨਾਲ ਦਬਾਓਗੇ। ਇੱਥੇ ਤੁਸੀਂ ਦੇਖ ਸਕਦੇ ਹੋ ਅੰਗੂਠੇ ਨਾਲ ਡਰਾਇੰਗ ਪਿੰਨ ਦਬਾਈ ਜਾ ਰਹੀ ਹੈ। ਬੇਟੇ ਪਿੰਨ ਦੇ ਸਿਰੇ ਦੇ ਖੇਤਰਫਲ ਤੇ ਬਲ ਲਗਾਓਗੇ। ਇਹ ਬਲ ਬੋਰਡ ਦੀ ਸਤ੍ਹਾ ਦੇ ਖੇਤਰਫਲ ਦੇ ਲੰਬ ਰੂਪ ਵਿੱਚ ਨਿਰਦੇਸ਼ਿਤ ਹੁੰਦਾ ਹੈ, ਲੰਬ ਰੂਪ ਵਿੱਚ ਲੱਗਦਾ ਹੈ। ਇਹ ਬਲ ਪਿੰਨ ਦੇ ਘੱਟ ਖੇਤਰਫਲ ਵਾਲੇ ਤਿੱਖੇ ਸਿਰੇ ਤੇ ਲੱਗਦਾ ਹੈ। ਬੇਟਾ ਦੂਜੀ ਸਥਿਤੀ ਦੇਖੋ। ਤੁਸੀਂ ਢਿੱਲੀ ਰੇਤ ਤੇ ਖੜੇ ਹੋਵੋ, ਤੁਹਾਡੇ ਪੈਰ ਡੂੰਘੇ ਧੱਸ ਜਾਣਗੇ, ਅਤੇ ਤੁਸੀਂ ਚਿੱਤਰ ਵਿੱਚ ਵੀ ਦੇਖ ਸਕਦੇ ਹੋ। ਤੇ ਹੁਣ ਰੇਤ ਤੇ ਲੇਟ ਜਾਓ, ਤੁਸੀਂ ਦੇਖੋਗੇ ਕਿ ਤੁਹਾਡਾ ਸਰੀਰ ਰੇਤ ਵਿੱਚ ਡੂੰਘਾ ਨਹੀਂ ਧੱਸਦਾ। ਦੋਨੋਂ ਸਥਿਤੀਆਂ ਵਿੱਚ ਰੇਤ ਤੇ ਲੱਗਿਆ ਬਲ ਤੁਹਾਡੇ ਸਰੀਰ ਦਾ ਭਾਰ ਹੈ। ਬੇਟਾ ਤੁਸੀਂ ਜਾਣ ਚੁੱਕੇ ਹੋ ਕਿ ਸਿੱਧਾ ਹੇਠਾਂ ਵੱਲ ਲੱਗ ਰਿਹਾ ਬਲ ਭਾਰ ਹੈ। ਇੱਥੇ ਉੱਤੇ ਦੀ ਸਤ੍ਹਾ ਤੇ ਲੰਬ ਰੂਪ ਵਿੱਚ ਬਲ ਕਿਰਿਆ ਹੈ। ਕਿਸੇ ਵਸਤੂ ਦੀ ਸਤ੍ਹਾ ਤੇ ਲੰਬ ਰੂਪ ਵਿੱਚ ਪਰਪੈਂਡੀਕੂਲਰ ਲੰਬ ਰੂਪ ਵਿੱਚ ਕਿਰਿਆ ਕਰ ਰਹੇ ਬਲ ਨੂੰ ਧਕੇਲ ਬਲ ਕਹਿੰਦੇ ਹਨ। ਕਿਸੇ ਵਸਤੂ ਦੀ ਸਤ੍ਹਾ ਤੇ ਲੰਬ ਰੂਪ ਵਿੱਚ ਕਿਰਿਆ ਕਰ ਰਹੇ ਬਲ ਨੂੰ ਧਕੇਲ ਬਲ ਕਹਿੰਦੇ ਹਨ। ਇਹ ਇੱਕ ਸਦਿਸ਼ ਰਾਸ਼ੀ ਹੈ, ਮਤਲਬ ਇਸ ਦੀ ਦਿਸ਼ਾ ਅਤੇ ਪਰਿਮਾਣ ਦੋਨੋਂ ਹੁੰਦੇ ਹਨ, ਤੇ ਇਸ ਦੀ SI ਇਕਾਈ ਨਿਊਟਨ ਹੈ। ਜਿਸ ਤਰ੍ਹਾਂ ਕਿ ਹਰ ਇੱਕ ਬਲ ਦੀ SI ਇਕਾਈ ਨਿਊਟਨ ਹੁੰਦੀ ਹੈ, ਉਸੇ ਤਰ੍ਹਾਂ ਧਕੇਲ ਬਲ ਦੀ SI ਇਕਾਈ ਵੀ ਨਿਊਟਨ ਹੈ। ਜਦੋਂ ਤੁਸੀਂ ਢਿੱਲੇ ਰੇਤ ਤੇ ਖੜੇ ਹੁੰਦੇ ਹੋ ਤਾਂ ਬਲ ਜੋ ਤੁਹਾਡੇ ਸਰੀਰ ਦਾ ਭਾਰ ਹੈ, ਤੁਹਾਡੇ ਪੈਰਾਂ ਦੇ ਖੇਤਰਫਲ ਦੇ ਬਰਾਬਰ ਦੇ ਖੇਤਰਫਲ ਤੇ ਕਿਰਿਆ ਕਰਦਾ ਹੈ। ਜਦੋਂ ਤੁਸੀਂ ਲੇਟ ਜਾਂਦੇ ਹੋ ਉਸ ਰੇਤ ਦੇ ਉੱਪਰ, ਤਾਂ ਉਹੀ ਬਲ
ਤੁਹਾਡੇ ਪੂਰੇ ਸਰੀਰ ਦੇ ਸੰਪਰਕ ਖੇਤਰਫਲ ਦੇ ਬਰਾਬਰ ਦੇ ਖੇਤਰਫਲ ਤੇ ਕਿਰਿਆ ਕਰਦਾ ਹੈ, ਜਿਹੜਾ ਕਿ ਤੁਹਾਡੇ ਪੈਰਾਂ ਦੇ ਖੇਤਰਫਲ ਤੋਂ ਜ਼ਿਆਦਾ ਹੈ। ਤੁਹਾਡੇ ਸਰੀਰ ਦਾ ਖੇਤਰਫਲ ਤੁਹਾਡੇ ਪੈਰਾਂ ਦੇ ਖੇਤਰਫਲ ਤੋਂ ਜ਼ਿਆਦਾ ਹੈ। ਇਸ ਤਰ੍ਹਾਂ ਵੱਖ-ਵੱਖ ਖੇਤਰਫਲ ਤੇ ਸਮਾਨ ਮੁੱਲ ਵਾਲੇ ਬਲ ਦਾ ਪ੍ਰਭਾਵ ਵੀ ਵੱਖੋ ਵੱਖਰਾ ਹੁੰਦਾ ਹੈ। ਉਪਰੋਕਤ ਸਥਿਤੀਆਂ ਵਿੱਚ ਧਕੇਲ ਬਲ ਇੱਕ ਸਮਾਨ ਹੈ, ਪਰ ਉਸ ਦੇ ਪ੍ਰਭਾਵ ਅਲੱਗ-ਅਲੱਗ ਹਨ। ਇਸ ਲਈ ਧਕੇਲ ਬਲ ਦਾ ਪ੍ਰਭਾਵ ਉਸ ਖੇਤਰਫਲ ਤੇ ਨਿਰਭਰ ਕਰਦਾ ਹੈ ਜਿਸ ਤੇ ਉਹ ਕਿਰਿਆ ਕਰਦਾ ਹੈ। ਰੇਤ ਦੇ ਧਕੇਲ ਬਲ ਦਾ ਪ੍ਰਭਾਵ ਲੇਟੇ ਹੋਣ ਦੀ ਸਥਿਤੀ ਨਾਲੋਂ ਖੜੇ ਹੋਣ ਦੀ ਸਥਿਤੀ ਵਿੱਚ ਜ਼ਿਆਦਾ ਹੈ। ਹੁਣ ਅਸੀਂ ਇੱਕ ਹੋਰ ਇਕਾਈ ਬਾਰੇ ਪੜਾਂਗੇ, ਦਬਾਅ। ਬੇਟਾ, ਇਕਾਈ ਖੇਤਰਫਲ ਤੇ ਲੱਗ ਰਹੇ ਧਕੇਲ ਬਲ ਨੂੰ ਦਬਾਅ ਕਹਿੰਦੇ ਹਨ। ਦਬਾਅ ਧਕੇਲ ਬਲ ਬਟਾ ਖੇਤਰਫਲ ਦੇ ਬਰਾਬਰ ਹੁੰਦਾ ਹੈ। ਦਬਾਅ ਨੂੰ ਅਸੀਂ P ਨਾਲ ਲਿਖਦੇ ਹਾਂ। ਦਬਾਅ ਦਾ ਸੰਕੇਤ ਕੈਪੀਟਲ P ਹੈ ਤੇ ਕੈਪੀਟਲ P ਬਰਾਬਰ ਧਕੇਲ ਬਲ ਮਤਲਬ F ਬਟਾ ਖੇਤਰਫਲ ਮਤਲਬ A ਤੇ ਕੈਪੀਟਲ P ਬਰਾਬਰ F ਬਟਾ A। ਬੇਟਾ, ਦਬਾਅ ਦੀ SI ਇਕਾਈ ਨਿਊਟਨ ਪ੍ਰਤੀ ਮੀਟਰ ਸਕੁਅਰ ਹੈ। ਦੇਖੋ ਇੱਥੇ ਜਿਹੜਾ ਦਬਾਅ ਹੈ F ਬਟਾ A ਦੇ ਬਰਾਬਰ ਹੈ। ਬੇਟੇ F ਦੀ ਮਤਲਬ ਬਲ ਦੀ SI ਇਕਾਈ ਨਿਊਟਨ ਤੇ ਏਰੀਆ ਮਤਲਬ ਖੇਤਰਫਲ ਦੀ SI ਇਕਾਈ ਮੀਟਰ ਸਕੁਅਰ। ਇਸ ਕਰਕੇ ਦਬਾਅ ਦੀ SI ਇਕਾਈ ਬਣ ਗਈ ਨਿਊਟਨ ਪ੍ਰਤੀ ਮੀਟਰ ਸਕੁਅਰ। ਇਸ ਨੂੰ ਤੁਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹੋ। ਦਬਾਅ ਦੀ SI ਇਕਾਈ ਨੂੰ ਪਾਸਕਲ ਵੀ ਕਿਹਾ ਜਾਂਦਾ ਹੈ ਤੇ 1 ਪਾਸਕਲ 1 ਨਿਊਟਨ ਪ੍ਰਤੀ ਮੀਟਰ ਸਕੁਅਰ ਦੇ ਬਰਾਬਰ ਹੁੰਦਾ ਹੈ। ਬੇਟਾ, ਦਿੱਤੇ ਗਏ ਬਲ ਦੇ ਲਈ ਦਬਾਅ ਖੇਤਰਫਲ ਦੇ ਉਲਟ ਅਨੁਪਾਤੀ ਹੈ। ਮਤਲਬ ਜਦੋਂ ਕੋਈ ਬਲ ਘੱਟ ਖੇਤਰਫਲ ਤੇ ਕਿਰਿਆ ਕਰਦਾ ਹੈ ਤਾਂ ਜ਼ਿਆਦਾ ਦਬਾਅ, ਅਤੇ ਜਦੋਂ ਵੱਡੇ ਖੇਤਰਫਲ ਤੇ ਕਿਰਿਆ ਕਰਦਾ ਹੈ ਤਾਂ ਘੱਟ ਦਬਾਅ ਲਗਾਉਂਦਾ ਹੈ। ਉਦਾਹਰਨ ਦੇ ਤੌਰ ਤੇ ਚਾਕੂ ਦੀ ਧਾਰ ਤੇਜ਼ ਹੁੰਦੀ ਹੈ। ਕਿਉਂ ਬੇਟਾ? ਕਿਉਂਕਿ ਚਾਕੂ ਦੀ ਤੇਜ਼ ਧਾਰ ਜਦੋਂ ਹੁੰਦੀ ਹੈ ਤਾਂ ਚਾਕੂ ਦਾ ਜਿਹੜਾ ਖੇਤਰਫਲ ਵਸਤੂ ਦੇ ਕੰਟੈਕਟ ਵਿੱਚ ਆਉਂਦਾ ਹੈ, ਸੰਪਰਕ ਵਿੱਚ ਆਉਂਦਾ ਹੈ, ਉਹ ਬਹੁਤ ਘੱਟ ਹੁੰਦਾ ਹੈ ਤੇ ਜਿਸ ਕਰਕੇ ਖੇਤਰਫਲ ਘੱਟ ਹੋਣ ਕਰਕੇ ਬੇਟੇ ਦਬਾਅ ਵੱਧ ਜਾਂਦਾ ਹੈ ਤੇ ਤੁਸੀਂ ਆਪਣੀ ਵਸਤੂ ਨੂੰ ਆਸਾਨੀ ਨਾਲ ਕੱਟ ਸਕਦੇ ਹੋ। ਇਸੇ ਤਰ੍ਹਾਂ ਬੱਸਾਂ ਤੇ ਟਰੱਕਾਂ ਦੇ ਜਿਹੜੇ ਟਾਇਰ ਹੁੰਦੇ ਹਨ ਉਹ ਬਹੁਤ ਚੌੜੇ ਹੁੰਦੇ ਹਨ। ਅਜਿਹਾ ਕਿਉਂ? ਕਿਉਂਕਿ ਟਾਇਰ ਜਦੋਂ ਚੌੜੇ ਹੋਣਗੇ ਉਹਨਾਂ ਦਾ ਖੇਤਰਫਲ ਜ਼ਿਆਦਾ ਹੋਏਗਾ ਤੇ ਦਬਾਅ ਜਿਹੜਾ ਹੈ ਜ਼ਮੀਨ ਤੇ ਉਹ ਘੱਟ ਪਏਗਾ। ਇਸ ਕਰਕੇ ਬੱਸਾਂ ਜਾਂ ਟਰੱਕਾਂ ਦੇ ਟਾਇਰ ਜ਼ਮੀਨ ਵਿੱਚ ਧੰਸਣਗੇ ਨਹੀਂ। ਸਕੂਲ ਬੈਗ ਦੀਆਂ ਜਿਹੜੀ ਤਣੀਆਂ ਹਨ, ਸਟ੍ਰੈਪਸ ਹਨ, ਉਹ ਚੌੜੀਆਂ ਹੁੰਦੀਆਂ ਹਨ। ਕਿਉਂ? ਕਿਉਂਕਿ ਚੌੜੀ ਸਟ੍ਰੈਪ ਦਾ ਜਿਹੜਾ ਖੇਤਰਫਲ ਹੈ ਉਹ ਵੱਧ ਹੈ। ਇਸ ਕਰਕੇ ਤੁਹਾਡੇ ਕੰਧੇ ਤੇ ਜਿਹੜਾ ਦਬਾਅ ਹੈ ਉਹ ਘੱਟ ਪਏਗਾ। ਤੁਸੀਂ ਦੇਖਿਆ ਹੈ ਜਦੋਂ ਤੁਸੀਂ ਰੇਤ ਤੇ ਚੱਲਦੇ ਹੋ ਤਾਂ ਤੁਹਾਡੇ ਪੈਰ ਜ਼ਮੀਨ ਵਿੱਚ ਅੰਦਰ ਵੱਲ ਰੇਤ ਵਿੱਚ ਧੱਸਦੇ ਹਨ, ਪਰ ਜਦੋਂ ਤੁਸੀਂ ਉਸੇ ਰੇਤ ਤੇ ਲੇਟ ਜਾਂਦੇ ਹੋ ਤਾਂ ਤੁਹਾਡਾ ਸਰੀਰ ਅੰਦਰ ਵੱਲ ਨਹੀਂ ਧੱਸਦਾ। ਬੇਟਾ, ਅਜਿਹਾ ਵੀ ਇਸੇ ਕਾਰਨ ਹੁੰਦਾ ਹੈ, ਪੈਰਾਂ ਦਾ ਖੇਤਰਫਲ ਜਿਹੜਾ ਕਿ ਰੇਤ ਦੇ ਸੰਪਰਕ ਵਿੱਚ ਹੈ ਉਹ ਘੱਟ ਹੈ। ਇਸ ਕਰਕੇ ਦਬਾਅ ਜ਼ਿਆਦਾ ਪੈਂਦਾ ਹੈ ਤੇ ਪੈਰ ਅੰਦਰ ਵੱਲ ਨੂੰ ਧੱਸ ਜਾਂਦੇ ਹਨ। ਤੇ ਜਦੋਂ ਤੁਹਾਡਾ ਸਰੀਰ ਰੇਤ ਤੇ ਲੇਟਿਆ ਹੈ ਮਤਲਬ ਤੁਹਾਡਾ ਸਰੀਰ ਦੇ ਪੂਰਾ ਖੇਤਰਫਲ ਜਿਹੜਾ ਹੈ ਉਹ ਵੱਧ ਹੈ। ਇਸ ਕਰਕੇ ਦਬਾਅ ਘੱਟ ਪੈਂਦਾ ਹੈ ਤੇ ਤੁਸੀਂ ਰੇਤ ਦੇ ਅੰਦਰ ਨਹੀਂ ਧੱਸਦੇ। ਨੈਕਸਟ, ਦਰਵਾਂ ਵਿੱਚ ਦਬਾਅ। ਬੇਟਾ, ਸਾਰੇ ਦਰਵ ਜਾਂ ਗੈਸਾਂ ਤਰਲ ਹੁੰਦੇ ਹਨ। ਠੋਸ ਆਪਣੇ ਭਾਰ ਕਰਕੇ ਕਿਸੇ ਇੱਕ ਸਤ੍ਹਾ ਤੇ ਦਬਾਅ ਪਾਉਂਦੇ ਹਨ। ਇਸੇ ਤਰ੍ਹਾਂ ਦਰਵਾਂ ਦਾ ਵੀ ਭਾਰ ਹੁੰਦਾ ਹੈ ਅਤੇ ਜਿਹੜੇ ਭਾਂਡੇ ਵਿੱਚ ਇਹ ਦਰਵ ਰੱਖੇ ਜਾਂਦੇ ਹਨ ਇਹ ਉਸ ਭਾਂਡੇ ਦੇ ਆਧਾਰ ਅਤੇ ਕੰਧਾਂ ਤੇ ਦਬਾਅ ਲਗਾਉਂਦੇ ਹਨ। ਕਿਸੇ ਸੀਮਤ ਪੁੰਜ ਵਾਲੇ ਦਰਵ ਤੇ ਲੱਗਿਆ ਦਬਾਅ ਬਿਨਾਂ ਕਿਸੇ ਤਬਦੀਲੀ ਦੇ ਸਾਰੀਆਂ ਦਿਸ਼ਾਵਾਂ ਵਿੱਚ ਫੈਲ ਜਾਂਦਾ ਹੈ। ਹੁਣ ਤੁਹਾਨੂੰ ਇਹ ਵੀ ਪਤਾ ਚੱਲ ਗਿਆ ਕਿ ਦਰਵ ਜਿਸ ਭਾਂਡੇ ਵਿੱਚ ਰੱਖੇ ਹੁੰਦੇ ਹਨ ਉਸ ਦੇ ਆਧਾਰ ਅਤੇ ਕੰਧਾਂ ਤੇ ਵੀ ਦਬਾਅ ਲਗਾਉਂਦੇ ਹਨ ਤੇ ਇਹ ਸਾਰੀਆਂ ਦਿਸ਼ਾਵਾਂ ਵਿੱਚ ਦਬਾਅ ਲਗਾਉਂਦੇ ਹਨ।
ਬੇਟਾ ਤੁਹਾਡਾ ਅੱਜ ਦਾ ਟੌਪਿਕ ਕੰਪਲੀਟ ਹੋ ਗਿਆ। ਹੁਣ ਅਸੀਂ ਥੋੜੀ ਜਿਹੀ ਰਿਵੀਜ਼ਨ ਕਰਾਂਗੇ ਤੇ ਤੁਹਾਡੇ ਲਈ ਥੋੜਾ ਜਿਹਾ ਹੋਮਵਰਕ ਹੈ। ਬੇਟੇ ਸਭ ਤੋਂ ਪਹਿਲਾਂ ਅਸੀਂ ਭਾਰ ਅਤੇ ਪੁੰਜ ਬਾਰੇ ਪੜ੍ਹਿਆ ਤੇ ਭਾਰ ਅਤੇ ਪੁੰਜ ਵਿੱਚ ਅੰਤਰ ਕਿਹੜੇ ਹਨ। ਤੁਹਾਨੂੰ ਪਤਾ ਹੈ ਅਸੀਂ ਕੁਝ ਇੱਕ ਅੰਤਰ ਜਿਹੜੇ ਆ ਉਹਨਾਂ ਨੂੰ ਦੁਹਰਾਵਾਂਗੇ। ਬੇਟਾ ਭਾਰ ਸਦਿਸ਼ ਰਾਸ਼ੀ ਹੈ, ਪੁੰਜ ਅਦਿਸ਼ ਰਾਸ਼ੀ ਹੈ। ਭਾਰ ਦੀ SI ਇਕਾਈ ਨਿਊਟਨ ਹੈ, ਪੁੰਜ ਦੀ SI ਇਕਾਈ ਕਿਲੋਗ੍ਰਾਮ ਹੈ। ਭਾਰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਤੇ ਬਦਲਦਾ ਹੈ, ਸਥਿਰ ਨਹੀਂ ਰਹਿੰਦਾ। ਪੁੰਜ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਤੇ ਨਹੀਂ ਬਦਲਦਾ, ਇਹ ਹਮੇਸ਼ਾ ਸਥਿਰ ਰਹਿੰਦਾ ਹੈ। ਭਾਰ ਧਰਤੀ ਦੁਆਰਾ ਕਿਸੇ ਵਸਤੂ ਤੇ ਲਗਾਇਆ ਗਿਆ ਆਕਰਸ਼ਣ ਬਲ ਹੈ। ਪੁੰਜ ਕਿਸੇ ਵਸਤੂ ਵਿੱਚ ਮੌਜੂਦ ਪਦਾਰਥ ਦੀ ਮਾਤਰਾ ਹੈ। ਇਸ ਤਰ੍ਹਾਂ ਤੁਹਾਨੂੰ ਭਾਰ ਅਤੇ ਪੁੰਜ ਬਾਰੇ ਕਾਫੀ ਪੁਆਇੰਟਸ ਜਿਹੜੇ ਆ ਉਹ ਕਲੀਅਰ ਹੋ ਗਏ। ਅਗਲਾ ਕੁਐਸਚਨ ਹੈ ਧਕੇਲ ਬਲ ਅਤੇ ਦਬਾਅ ਦੀ SI ਇਕਾਈ ਦੱਸੋ। ਬੇਟੇ ਧਕੇਲ ਬਲ ਦੀ SI ਇਕਾਈ ਨਿਊਟਨ ਹੈ ਤੇ ਦਬਾਅ ਦੀ SI ਇਕਾਈ ਪਾਸਕਲ, ਜਿਹੜੀ ਕਿ ਨਿਊਟਨ ਪ੍ਰਤੀ ਮੀਟਰ ਸਕੁਅਰ ਦੇ ਬਰਾਬਰ ਹੁੰਦੀ ਹੈ। ਤੇ ਬੇਟਾ ਇਹ ਦੋਨੋਂ ਕੁਐਸਚਨ ਤੁਸੀਂ ਆਪਣੀਆਂ ਕਾਪੀਆਂ ਵਿੱਚ ਕਰ ਵੀ ਲੈਣੇ ਆ ਤੇ ਆਪਣੇ ਵਿਸ਼ੇ ਅਧਿਆਪਕ ਨੂੰ ਦਿਖਾ ਵੀ ਦੇਣੇ ਆ, ਉਹਨਾਂ ਕੋਲੋਂ ਚੈੱਕ ਕਰਵਾ ਲੈਣੇ ਆ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਟੌਪਿਕ ਪੂਰੀ ਤਰ੍ਹਾਂ ਕਲੀਅਰ ਹੋ ਗਿਆ ਹੈ। ਬਹੁਤ ਬਹੁਤ ਧੰਨਵਾਦ।